ਸਾਡੇ ਕੋਲ ਕਈ ਜਿਹੋ ਜਿਹੇ ਹਥਿਆਰ ਹੈ ਨਵੇਂ ਤੋਂ ਨਵੇਂ ਆ ਗਏ ਹੈ ਉਹ ਇਸ ਜਾਂਚ ਵਿੱਚ ਲੱਗ ਸਕਦੇ ਹੈ। ਕੰਬੀਨੇਸ਼ਨ ਆਫ ਥੀਸ ਇਲੈਕਟ੍ਰੋਨਿਕਸ ਐਂਡ ਦੀ ਵੈਪਨ ਸਿਸਟਮ ਅਸੀਂ ਟਾਰਗੇਟ ਨੂੰ ਨਿਊਟਰਲਾਈਜ਼ ਕਰ ਸਕਦੇ ਹਾਂ। ਜਿਹੜੀ ਅੱਜ ਦੀ ਮੌਜੂਦਾ ਹਾਲਾਤ ਸਾਡੇ ਨੇਬਰਸ ਦੇ ਨਾਲ ਜੋ ਹੈ ਉਸ ਦੇ ਲਈ ਇਟ ਇਜ਼ ਗੋਇੰਗ ਟੂ ਬੀ ਅ ਗੇਮ ਚੇਂਜਰ ਐਜ਼ ਵੀ ਕਾਲ ਇਟ। ਵਾਰਫੇਅਰ ਕੱਲਾ ਜਹਾਜ਼ ਦੀ ਗੱਲ ਹੀ ਨਹੀਂ ਹੈ ਔਰ ਪਾਇਲਟ ਦੀ ਗੱਲ ਨਹੀਂ ਹੈ। ਵਾਰਫੇਅਰ ਇਜ਼ ਅ ਵੈਰੀ ਬੜਾ ਗੈਂਬਿਟ ਹੈਗਾ। ਬਾਕੀ ਮੁਲਕਾਂ ਦੇ ਉੱਪਰ ਜਿਵੇਂ ਸਾਡੇ ਗੁਆਂਢੀ ਮੁਲਕ ਹੈਗੇ ਜਿਨ੍ਹਾਂ ਨਾਲ ਸਾਡੀ ਨਹੀਂ ਬਣਦੀ, ਉਹਨਾਂ ਦੇ ਉੱਪਰ ਕੀ ਅਸਰ ਪਊਗਾ ਸਾਡੇ ਕੋਲ ਇਸ ਰਫਾਲ ਦਾ? ਭਾਰਤ ਦੇ ਕੋਲ 5 ਰਫਾਲ ਪਹੁੰਚ ਚੁੱਕੇ ਨੇ ਅਤੇ ਭਾਰਤ ਦੀ ਤਾਕਤ ਦੇ ਵਿੱਚ ਹੋਰ ਵੀ ਵਾਧਾ ਹੋ ਚੁੱਕਾ ਹੈ। ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਸਾਬਕਾ 에ਅਰ ਮਾਰਸ਼ਲ ਸਰਬਜੀਤ ਸਿੰਘ ਹੋਠੀ ਜੀ ਮੌਜੂਦ ਆ ਅਤੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਰਫਾਲ ਦਾ ਅਸਲ ਮਤਲਬ ਕੀ ਹੈ, ਭਾਰਤ ਦੇ ਵਿੱਚ ਆਉਣ ਦੇ ਨਾਲ ਗਵਾਂਢੀ ਮੁਲਕਾਂ ਦੇ ਉੱਪਰ ਕੀ ਅਸਰ ਪਵੇਗਾ ਅਤੇ ਰਫਾਲ ਦੇ ਆਉਣ ਦੇ ਨਾਲ ਇੰਨੀ ਖੁਸ਼ੀ ਕਿਉਂ ਹੋ ਰਹੀ ਹੈ, ਇਸ ਦੇ ਅਸਲ ਮਾਇਨੇ ਕੀ ਨੇ। ਸਰ, ਇੱਕ ਸੈਨਿਕ ਹੋਣ ਦੇ ਨਾਤੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਤੁਹਾਨੂੰ ਕਿ ਭਾਰਤ ਦੇ ਕੋਲ ਰਫਾਲ ਪਹੁੰਚ ਚੁੱਕੇ ਨੇ? ਰਫਾਲ ਦਾ ਏਅਰ ਫੋਰਸ ਦੇ ਵਿੱਚ ਆਉਣਾ ਇਜ਼ ਅ ਵੈਰੀ ਵੈਰੀ ਬਿਗ ਡੇ ਫॉर the Air Force, the pilots, for our nation. Rafale is under the ਜਿਹੜੀ ਅੱਜ ਦੀ ਮੌਜੂਦਾ ਹਾਲਾਤ ਸਾਡੇ ਨੇਬਰਸ ਦੇ ਨਾਲ ਜੋ ਹੈ ਉਸ ਦੇ ਲਈ ਇਟ ਇਜ਼ ਗੋਇੰਗ ਟੂ ਬੀ ਅ ਗੇਮ ਚੇਂਜਰ ਐਜ਼ ਵੀ ਕਾਲ ਇਟ। ਕੀ ਹੈ ਰਫਾਲ? ਰਫਾਲ ਇਜ਼ ਅ 4th 5th ਜਨਰੇਸ਼ਨ ਦਾ ਜਹਾਜ਼ ਹੈ। what do you mean by ਮਤਲਬ ਕੀ ਇਹਦਾ ਹੈ ਕਿ 4th 5th ਜਨਰੇਸ਼ਨ ਦਾ ਜਹਾਜ਼ ਹੈ? ਬੇਸਿਕਲੀ ਦੀ ਏਅਰਕ੍ਰਾਫਟ ਦੀ ਇਵੋਲਿਊਸ਼ਨ ਹੋ ਹੀ ਜਾ ਰਹੀ ਹੈ, ਚੀਜ਼ਾਂ ਉਹ ਤੋਂ ਬੈਟਰ ਬਣ ਰਹੀਆਂ ਹੈਗੀਆਂ। ਸੋ ਇਸ ਜਹਾਜ਼ ਜੋ ਚੀਜ਼ਾਂ ਹੈ ਇਸ ਜਹਾਜ਼ ਦੇ ਵਿੱਚ ਇਹਦਾ ਇਲੈਕਟ੍ਰੋਨਿਕਸ, ਇਹਦਾ ਏਮਿੰਗ ਸਿਸਟਮ, ਇਹਦਾ ਗਾਈਡੈਂਸ ਸਿਸਟਮ, ਸੈਲਫ ਪ੍ਰੋਟੈਕਸ਼ਨ ਸਿਸਟਮ ਇਜ਼ ਵੈਰੀ ਵੈਰੀ ਹਾਈ। ਇਹਦੇ ਨਾਲ ਦੂਸਰਾ ਪੋਰਸ਼ਨ ਆਉਂਦਾ ਵੈਪਨ ਸਿਸਟਮਸ। ਸਾਡੇ ਕੋਲ ਕਈ ਜਿਹੋ ਜਿਹੇ ਹਥਿਆਰ ਹੈ ਨਵੇਂ ਤੋਂ ਨਵੇਂ ਆ ਗਏ ਹੈ ਉਹ ਇਸ ਜਾਂਚ ਵਿੱਚ ਲੱਗ ਸਕਦੇ ਹੈ। ਕੰਬੀਨੇਸ਼ਨ ਆਫ ਥੀਸ ਇਲੈਕਟ੍ਰੋਨਿਕਸ ਐਂਡ ਦੀ ਵੈਪਨ ਸਿਸਟਮ ਅਸੀਂ ਟਾਰਗੇਟ ਨੂੰ ਨਿਊਟਰਲਾਈਜ਼ ਕਰ ਸਕਦੇ ਹਾਂ ਔਰ ਕਰ ਸਕਦੇ ਹੈ ਅੰਡਰ ਵੈਰੀ ਡਿਫਰੈਂਟ ਕੰਡੀਸ਼ਨ। ਅਸੀਂ ਬਿਯੋਂਡ ਵਿਜ਼ੂਅਲ ਰੇਂਜ ਜਹਾਜ਼ 300 ਕਿਲੋਮੀਟਰ ਏਅਰ ਟੂ ਏਅਰ ਫਾਇਰ ਕਰ ਸਕਦੇ ਹਾਂ। ਸਿਮਿਲਰਲੀ ਸਾਡੇ ਕੋਲ ਕਈ ਟਾਰਗੇਟਸ ਅਸੀਂ ਵੈਰੀ ਲੌਂਗ ਹਾਈ ਡਿਸਟੈਂਸ ਦੇ ਵਿੱਚ ਅਸੀਂ ਐਕਵਾਇਰ ਕਰਕੇ ਫਾਇਰ ਕਰ ਸਕਦੇ ਹਾਂ। ਉਹ ਫਾਇਰ ਕਰਕੇ ਵੀ ਡੂ ਨਾਟ ਐਟ ਟਾਈਮ ਹੈਵ ਟੂ ਕ੍ਰਾਸ ਦੀ ਬਾਰਡਰ ਆਲਸੋ। ਉਹਦੇ ਬਾਅਦ ਫਾਇਰ ਕਰਕੇ ਅਸੀਂ ਬਹੁਤ ਆਸਾਨੀ ਦੇ ਨਾਲ ਆਪਣੇ ਆਪ ਨੂੰ ਸੇਫਲੀ ਵਾਪਸ ਵੀ ਆ ਸਕਦੇ ਹਾਂ। ਸੋ ਥੀਸ ਆਰ ਦ ਥਿੰਗਸ। ਇਹ ਬਿਕਮਸ ਅ ਗੇਮ ਚੇਂਜਰ। ਨੈਚੁਰਲੀ ਸਾਡੇ ਐਡਵਰਸਰੀਜ਼ ਔਨ ਦਿਸ ਕਾਊਂਟ they have to plan and think about it, how to utilize the new asset that Air Force ਕੋ ਜੋ ਆ ਗਿਆ। ਜਦੋਂ 71 ਦੀ ਜੰਗ ਵਿੱਚ ਜਦੋਂ ਤੁਸੀਂ ਜਹਾਜ਼ ਦੇ ਉੱਪਰ ਸੀਗੇ ਤਾਂ ਤੁਹਾਨੂੰ ਦੁਸ਼ਮਣਾਂ ਦੇ ਉਧਰ ਉਹਨਾਂ ਦੇ ਕੋਲ ਜਾ ਕੇ ਜਿਵੇਂ ਹਿੱਟ ਕਰਨਾ ਪੈਂਦਾ ਸੀਗਾ, ਤਾਂ ਇਹਨਾਂ ਨੂੰ ਅਸੀਂ ਦੂਰੋਂ ਹੀ ਜਿਵੇਂ 100-200 ਕਿਲੋਮੀਟਰ ਦੀ ਦੂਰੀ ਤੋਂ ਹੀ ਹਿੱਟ ਕਰ ਸਕਦੇ ਹਾਂ। ਬਿਲਕੁਲ ਉਹੀ ਚੀਜ਼ ਹੈ। ਬਟ ਉਹ 71 ਸੀਗਾ, 50 ਸਾਲ ਪਹਿਲਾਂ ਦੀ ਗੱਲ ਹੈ। ਦੇਖੋ 71 ਦੀ ਗੱਲ ਹੈ, ਪਰ ਉਸ ਟਾਈਮ 'ਤੇ ਅਸੀਂ ਇੱਦਾਂ ਕਦੇ ਨਹੀਂ ਸੋਚਿਆ ਸੀ ਕਿ ਸਾਡੇ ਕੋਲ ਕਿ ਬੜੇ ਆਊਟਡੇਟਡ ਸੀ। ਉਸ ਟਾਈਮ ਦੇ ਹਿਸਾਬ ਦੇ ਨਾਲ ਮੈਂ ਨੈਟ ਫਲਾਈ ਕਰ ਰਿਹਾ ਸੀਗਾ। ਇਟ ਵਾਜ਼ ਸਪੋਜ਼ ਟੂ ਬੀ ਅ ਵੈਰੀ ਵੈਰੀ ਲੀਥਲ ਏਅਰਕ੍ਰਾਫਟ। ਰਾਦਰ ਨੈਟ ਦਾ ਤਾਂ ਨਾਂ ਬਣਿਆ ਵੀ ਸੀ ਸੇਬਰ ਸਲੇਅਰਸ, ਯਾਨੀ ਕਿ ਸੇਬਰਸ ਨੂੰ ਜੋ ਕੋਰੀਅਨ ਵਾਰ, ਵੀਅਟਨਾਮ ਵਾਰ ਵਗੈਰਾ ਯੂਜ਼ ਅਮੈਰੀਕਨ ਦਾ ਵਨ ਆਫ ਦਾ ਬੈਸਟ ਏਅਰਕ੍ਰਾਫਟ ਸੀਗੇ। ਅਸੀਂ ਉਹਨਾਂ ਨੂੰ ਪਾਕਿਸਤਾਨੀ ਕੁਝ ਸੇਬਰਸ ਸੀਗੇ, ਅਸੀਂ ਉਹਨਾਂ ਨੂੰ ਨੈਟ ਦੇ ਨਾਲ ਈਜ਼ੀਲੀ ਨਿਊਟਰਲਾਈਜ਼ ਕਰ ਸਕਦੇ। ਸੋ ਇਹੋ ਜਿਹੀ ਕੀ ਗੱਲ ਨਹੀਂ। ਉਸ ਜ਼ਮਾਨੇ ਦੇ ਵਿੱਚ ਵੀ ਚੀਜ਼ਾਂ ਚੰਗੀਆਂ ਸੀਗੀਆਂ ਪਰ ਉਸੇ ਮਾਹੌਲ ਜੋਗੀਆਂ ਸੀਗੀਆਂ। ਯੈਸ ਕਿ ਜਿੱਦਾਂ ਸਟ੍ਰਾਈਕ ਜਹਾਜ਼ ਲਈ ਜਾਣਾ ਪੈਂਦਾ ਸੀ, ਸਾਡੇ ਕੋਲ ਸੁਖੋਈ 7 ਸੀਗੇ, ਉੱਥੇ ਜਾਣ ਲਈ ਜਾਂਦੇ ਸੀਗੇ ਤਾਂ ਤੁਹਾਨੂੰ ਉਹਨਾਂ ਦੀ ਡਿਫੈਂਸ ਸਿਸਟਮ ਦੇ ਵਿੱਚ ਫਾਇਰ ਕਰਨ ਥਰੂ ਲੰਘਣਾ ਪੈਂਦਾ ਸੀ ਤਾਂ ਸਾਡੀਆਂ ਕੈਜੂਅਲਟੀਜ਼ ਹੁੰਦੀਆਂ। ਯੈਸ ਆਈ ਰਿਮੈਂਬਰ 71 ਦੀ ਲੜਾਈ 'ਚ ਸਾਨੂੰ ਕਾਫੀ ਸਾਡੇ ਏਅਰਕ੍ਰਾਫਟ ਵਾਪਸ ਨਹੀਂ ਆਏ, ਸਮ ਪਿਊਡਸ ਵੀ ਬਣੇ ਐਂਡ ਵੀ ਲੋਸਟ ਸਮ ਵੈਰੀ ਗੁੱਡ ਪਾਇਲਟਸ। ਸੋ ਉਹ ਮੁੱਲ ਦੇਣਾ ਪਿਆ। ਹੁਣ ਇਹ ਚੀਜ਼ਾਂ ਇਸ ਵਿਦ ਨਿਊ ਜਨਰੇਸ਼ਨ ਏਅਰਕ੍ਰਾਫਟ ਹੈਵ ਬਿਕਮ ਮਚ ਮੋਰ ਸੇਫਰ ਐਂਡ ਐਟ ਦ ਸੇਮ ਟਾਈਮ ਦ ਵੈਪਨ ਦੀ ਡਿਲੀਵਰੀ ਐਕੂਰੇਸੀ ਬਹੁਤ ਵੱਧ ਗਈ ਹੈ। ਅੱਛਾ, ਬਾਕੀ ਮੁਲਕਾਂ ਦੇ ਉੱਪਰ ਜਿਵੇਂ ਸਾਡੇ ਗੁਆਂਢੀ ਮੁਲਕ ਹੈਗੇ ਜਿਨ੍ਹਾਂ ਨਾਲ ਸਾਡੀ ਨਹੀਂ ਬਣਦੀ, ਉਹਨਾਂ ਦੇ ਉੱਪਰ ਕੀ ਅਸਰ ਪਊਗਾ ਸਾਡੇ ਕੋਲ ਇਸ ਰਫਾਲ ਦਾ? ਸੋ ਜਿੱਦਾਂ ਤੁਹਾਨੂੰ ਦੱਸਿਆ ਕਿ ਨਾ
ਜਿਹੜਾ ਫਰਕ ਤਾਂ ਪੈਂਦਾ ਹੈ ਜਿਹਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਕਿ ਉਹ ਇੰਨਾ ਵੀ ਅਸੀਂ ਦੁਸ਼ਮਣ ਨੂੰ ਕਦੀ ਇਹੋ ਜਿਹੇ ਕਮਜ਼ੋਰ ਨਜ਼ਰਾਨੇ ਨਾਲ ਦੇਖ ਨਹੀਂ ਸਕਦੇ, ਉਹ ਵੀ ਇਸ ਨਜ਼ਰਾਨੇ ਨਹੀਂ ਦੇਖ ਨਹੀਂ ਸਕਦੇ ਕਿ ਅਸੀਂ ਗਏ। ਸੋ ਜਿਹੜਾ ਸੁਪੀਰੀਅਰ ਟੈਕਟਿਕਸ, ਡਿਸੈਪਸ਼ਨ, ਸਰਪ੍ਰਾਈਜ਼, ਇਹ ਚੀਜ਼ਾਂ ਵਾਰਫੇਅਰ ਇਕੱਲਾ ਜਹਾਜ਼ ਦੀ ਗੱਲ ਹੀ ਨਹੀਂ ਹੈ ਔਰ ਪਾਇਲਟ ਦੀ ਗੱਲ ਨਹੀਂ ਹੈ। ਵਾਰਫੇਅਰ ਇਜ਼ ਅ ਵੈਰੀ ਬੜਾ ਗੈਂਬਿਟ ਹੈਗਾ, ਜਿੱਦਾਂ ਤੁਹਾਨੂੰ ਦੱਸਿਆ। ਸਰਪ੍ਰਾਈਜ਼, ਸੀਕ੍ਰੇਸੀ, ਸਰਪ੍ਰਾਈਜ਼ ਨਹੀਂ ਅੱਧੀ ਚੀਜ਼ਾਂ ਨਿਊਟਰਲਾਈਜ਼ ਕਰਨੀਆਂ। ਤੁਸੀਂ ਸੁੱਤੇ ਆਪਣੇ ਰਫਾਲਸ ਲੈ ਕੇ ਸੁੱਤੇ ਜਾ ਕੇ ਤੁਹਾਨੂੰ ਕੋਈ ਸਰਪ੍ਰਾਈਜ਼ ਕਰ ਦੇਵੇ, ਸਰਪ੍ਰਾਈਜ਼ ਅਟੈਕ ਹੋ ਜਾਏ, ਸੋ ਨਥਿੰਗ, ਲੋਟ ਆਫ ਥਿੰਗਸ ਕੈਨ ਹੈਪਨ, ਸੈਬੋਟੇਜ। ਸੋ ਇਜ਼ ਅ ਬਹੁਤ ਐਸਾ ਜਿੱਦਾਂ ਤੁਹਾਡਾ ਸਵਾਲ ਹੈਗਾ ਤਾਂ ਅਦਰ ਸਾਈਡ ਹੈ, ਅਸੀਂ ਕਿਸੇ ਨੂੰ ਉਹਨਾਂ ਨੂੰ ਵੀਕ ਨਜ਼ਰਾਨੇ 'ਚ ਨਹੀਂ ਦੇਖ ਸਕਦੇ ਹੈ। ਸਾਨੂੰ ਸਾਡੇ ਕੋਲ ਜਿਹੜੀ ਸਟਰੈਂਥ ਹੈ, ਅਸੀਂ ਉਸ ਸਟਰੈਂਥ ਨੂੰ ਕਿੱਦਾਂ ਇੰਪੋਜ਼ ਕਰਨਾ, ਉਹ ਚੀਜ਼ ਦਾ ਸਾਨੂੰ ਸਾਡੀ ਪਲੈਨਿੰਗ ਹੋਣੀ ਚਾਹੀਦੀ ਹੈ। ਬਟ ਔਨ ਦ ਅਦਰ ਸਾਈਡ ਨੈਵਰ ਲੈਟ ਯੂਰ ਗਾਰਡ ਡਾਊਨ, ਕਿ ਦੁਸ਼ਮਣ ਨੂੰ ਕਮਜ਼ੋਰ ਨਾ ਸਮਝੋ, ਦੁਸ਼ਮਣ ਨੂੰ ਤਾਂ ਕਦੀ ਕਮਜ਼ੋਰ ਨਹੀਂ ਸਮਝੋ। ਅੱਛਾ, ਜਿਵੇਂ ਕਿਹਾ ਜਾ ਰਿਹਾ ਕਿ ਸਭ ਤੋਂ ਤਾਕਤਵਰ ਇਹ ਰਫਾਲ ਹੈਗਾ ਆ, ਇਹ ਗੱਲ ਕਹਿਣੀ ਸਹੀ ਹੈ? ਕਿਉਂਕਿ ਜਿਵੇਂ ਅਮਰੀਕਾ ਵਰਗੇ ਮੁਲਕ ਹੈਗੇ ਨੇ, ਉਹਨਾਂ ਕੋਲ ਵੀ ਇਹੋ ਜਿਹੇ ਹੋਣਗੇ। ਇਹੋ ਜਿਹੇ ਬਰਾਬਰ ਦੇ ਹੋਰ ਕਿੰਨੇ ਕੁ ਜਹਾਜ਼ ਹੁੰਦੇ ਨੇ ਅਤੇ ਇਹਦੇ ਬਰਾਬਰ ਦੇ ਕਿੰਨਾ ਮੁਲਕਾਂ ਦੇ ਕੋਲ ਜਹਾਜ਼ ਹੈਗੇ ਨੇ? F-22, Su-35, another 20 J-20s, Chinese, they're all of that fourth, fifth generation. So ਉਸ ਕੈਟੇਗਰੀ 'ਚ ਆਉਂਦੇ ਹੈਗੇ। ਓਕੇ, ਸੋ ਟੂ ਦੈਟ ਐਕਸਟੈਂਟ ਇੱਦਾਂ ਦੇ ਮਾਰਕੀਟ ਵਿੱਚ ਹੈ। ਜਿਹੜੇ ਅਸੀਂ ਇਹ ਵੀ ਜਹਾਜ਼ ਜਿਹੜੇ ਲੈਣ ਗਏ ਸੀਗੇ, ਸਾਡੇ ਕੋਲ ਜੋ ਸਿਲੈਕਸ਼ਨ ਵਿੱਚ 4 ਜਾਂ 5 ਇਹ ਸਾਰੇ ਜਹਾਜ਼ ਅਸੀਂ ਉਹਦੀ ਇਵੈਲੂਏਟ ਕੀਤੀ ਸੀ। ਤਾਂ ਸਾਡੇ ਥ੍ਰੈਟ ਅਸੈਸਮੈਂਟ ਦੇ ਬਾਅਦ ਸਾਡੇ ਕੋਲ ਜੋ ਸਾਡਾ ਥ੍ਰੈਟ ਅਸੈਸਮੈਂਟ ਤੋਂ ਬਾਅਦ ਉਹਦੇ ਬਾਅਦ ਸਾਡਾ ਡਿਲੀਵਰੀ ਰਿਕੁਆਇਰਮੈਂਟ ਕੀ ਹੈ, ਸਾਡੇ ਬਾਰਡਰ ਦੀ ਰਿਕੁਆਇਰਮੈਂਟ, ਟ੍ਰੇਨ ਦੀ ਰਿਕੁਆਇਰਮੈਂਟ ਦੇ ਉਹਦੇ ਬਾਅਦ ਅਸੀਂ ਸਾਡਾ ਰਫਾਲ ਵਾਜ਼ ਆਰ ਚੋਇਸ। ਓਕੇ, ਟੂ ਦੈਟ ਐਕਸਟੈਂਟ, ਸੋ ਇਟ ਇਜ਼ ਅ ਗੁੱਡ ਏਅਰਕ੍ਰਾਫਟ, ਬਟ equivalent aircraft are there with the adversaries also. I mean, ਤੁਸੀਂ ਗਲੋਬਲੀ ਪੁੱਛਿਆ, ਚੀਜ਼ਾਂ ਹੈਗੀਆਂ। ਅੱਛਾ, ਜੇ ਇਹ ਗੱਲ ਕਹਿਣੀ ਹੋਵੇ ਕਿ ਸਭ ਤੋਂ ਸ਼ਕਤੀਸ਼ਾਲੀ ਹੈ, ਸਭ ਤੋਂ ਤਾਕਤਵਰ ਆ, ਉਹ ਇਹ ਤਾਂ ਨਹੀਂ ਕਹਿ ਸਕਦੇ ਆਪਾਂ? ਨਹੀਂ, ਇਹ ਐਜ਼ ਅ ਪ੍ਰੋਫੈਸ਼ਨਲ ਵਰਡ ਮਜ਼ਾ ਨਹੀਂ ਆਉਂਦਾ ਕਹਿਣ ਨੂੰ। ਜਿੱਦਾਂ ਕਿ ਸਟੈਲਥ ਆ ਗਿਆ ਹੈਗਾ, ਸਟੈਲਥ ਜਹਾਜ਼ ਹੈ ਜਿਹੜੀ ਆਪਣਾ 20 ਜਿਹੜਾ J-20 ਚਾਈਨਾ ਸਕੁਐਰ, ਸਟੈਲਥ ਦੀ ਇੱਕ ਹੋਰ ਵੈਰੀ ਹਾਈ ਕੁਆਲਿਟੀ ਹੈ। ਉਹ ਤੁਹਾਨੂੰ ਰਡਾਰਸ ਉਹਨੂੰ ਪਿਕਅਪ ਹੀ ਨਹੀਂ ਕਰਦੇ। ਦੈਟ ਇਜ਼ ਅਨਦਰ ਸੁਪੀਰੀਅਰ ਕੁਆਲਿਟੀ ਵਿਚ ਇਜ਼ ਅਵੇਲੇਬਲ ਵਿਦ ਚਾਈਨਾ। ਸੋ ਤੁਹਾਡੀ ਸਟਰੈਂਥ, ਉਹਨਾਂ ਦੇ ਵੀਕਨੈਸ, ਇਹੀ ਵਾਰਫੇਅਰ, ਇਹੀ ਪਲੈਨਿੰਗ 'ਤੇ ਗੱਲ ਆਉਂਦੀ ਹੈ। ਬਟ ਆਈ ਵੋਂਟ ਸੇ 19 20, ਬਟ ਜਿਹੜੀ ਐਜ਼ ਅ ਬਿਗਰ ਫੋਰਸ ਸਾਡੇ ਕੋਲ 2 ਸਕਾਡ ਆ ਰਹੇ, ਹੋਰ ਜਹਾਜ਼ ਬਾਅਦ ਦੀ ਲੋੜ ਹੈਗੀ, ਉਹ ਆ ਜਾਊਗੀ। ਸੋ ਦ ਨੰਬਰਸ, ਐਵਰੀਥਿੰਗ ਇਜ਼ ਅ ਵੈਰੀ ਬਿਗ ਪਿਕਚਰ ਜਿਹੜੀ ਵਾਰਫੇਅਰ ਦਾ ਅਖੀਰਲਾ ਰਿਜ਼ਲਟ ਦਿੰਦਾ ਹੈ। ਭਾਰਤ ਲਈ ਮਾਣ ਵਾਲੀ ਤਾਂ ਗੱਲ ਹੈ ਕਿ ਰਫਾਲ ਸਾਡੇ ਕੋਲ ਆ ਗਏ ਨੇ। ਤੁਹਾਡਾ ਤਜਰਬਾ ਹੈਗਾ, ਕਿਉਂਕਿ ਤੁਸੀਂ ਇਸ ਸਿਸਟਮ ਦੇ ਵਿੱਚ ਰਹੇ ਹੋ, ਅਤੇ ਭਾਰਤ ਨੂੰ ਕਿੰਨਾ ਕੁ ਮਾਣ, ਜਾਂ ਭਾਰਤ ਆਪਣੇ ਆਪ ਨੂੰ ਕਿੱਥੇ ਕੁ ਇਸ ਵੇਲੇ ਖੜਾ ਦੇਖ ਰਿਹਾ ਏਅਰਫੋਰਸ ਦੇ ਹਵਾਲੇ ਤੋਂ, ਜੇ ਮੈਂ ਗੱਲ ਕਰਾਂ ਤਾਂ? ਯੈਸ, ਜਿੱਦਾਂ ਤੁਸੀਂ ਦੱਸਿਆ ਕਿ ਇਹ ਰਿਕੁਆਇਰਮੈਂਟ ਜਿਹੜੀ 12-14 ਸਾਲ ਤੋਂ ਚੱਲ ਰਹੀ ਹੈ, ਪੋਲੀਟੀਕਲ ਡਿਸੀਜਨ, ਨਿਊ ਇੰਡਕਸ਼ਨ ਪਹਿਲਾਂ ਆਉਣਾ ਸੀ, ਇੰਨਾ ਚਿਰ ਲੱਗ ਗਿਆ। ਸੋ ਮੋਰਾਲ 'ਤੇ ਬਹੁਤ ਫਰਕ ਪੈਂਦਾ ਹੈਗਾ ਨੈਚੁਰਲੀ, ਕਿ ਯਾਨੀ ਕਿ ਪਾਇਲਟ ਸਿਟਿੰਗ, ਐਵਰੀਵਨ ਇਜ਼ ਲੁਕਿੰਗ ਕਿ ਨਵੀਂ ਤੋਂ ਨਵੀਂ ਚੀਜ਼, ਨਿਊ ਵੈਪਨ ਸਿਸਟਮ ਆਵੇ, ਬੈਟਰ ਰਿਜ਼ਲਟਸ ਆਤੇ। ਪੜ੍ਹਾਈ ਸਾਡੀ ਕੰਟੀਨਿਊਸ ਚੱਲਦੀ ਜਾਂਦੇ। ਸਾਡੀ ਵਾਰ ਗੇਮਿੰਗ ਐਕਸਰਸਾਈਜ਼ ਅਸੀਂ ਬਾਕੀ ਨੇਸ਼ਨਸ ਦੇ ਨਾਲ ਕਰਦੇ। ਸਾਨੂੰ ਸਾਰੀ ਸਮਝ ਹੈ ਕੀ ਚੀਜ਼, ਨਵੇਂ ਹਥਿਆਰ ਕੀ ਅਵੇਲੇਬਲ ਹੈਗੇ। ਸੋ ਉਸ ਕਾਊਂਟ 'ਤੇ ਇਹ ਚੀਜ਼ ਆਉਣੀ, ਵੈਰੀ ਡਿਸੀਜਨ ਪਹੁੰਚਣੀ ਐਕਚੁਅਲੀ ਬਹੁਤ ਸ਼ਾਰਟ ਟਾਈਮ ਇਜ਼ ਅ ਬਿਗ ਥਿੰਗ ਫਰੋਮ ਦੀ ਏਅਰਫੋਰਸ ਪ੍ਰੋਫੈਸ਼ਨਲ ਇਟਸੈਲਫ। ਅਸੀਂ ਜਲੰਧਰ ਦੇ ਵਿੱਚ ਖੜੇ ਹਾਂ, ਤੁਸੀਂ ਵੀ ਜਲੰਧਰ ਦੇ ਨਾਲ ਸੰਪਰਕ ਹੈਗਾ ਤੁਹਾਡਾ, ਅਤੇ ਹਰਕੀਰਤ ਸਿੰਘ ਹੋਣੀ ਵੀ ਜਲੰਧਰ ਤੋਂ ਹੀ ਕਹਿੰਦੇ ਨੇ ਕਿ ਉਹਨਾਂ ਦਾ ਪਿੱਛੋਂ ਬੈਕਗਰਾਊਂਡ ਹੈਗੀ ਆ, ਤਾਂ ਉਹਨਾਂ ਨੇ ਲੀਡ ਕੀਤਾ ਗੱਲ। ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਕਿ ਜਲੰਧਰ ਦੇ ਨੌਜਵਾਨ ਸਰਦਾਰ ਨੇ ਇੱਥੋਂ ਲੀਡ ਕੀਤਾ? ਯੈਸ, ਫॉर ਮੀ ਇੱਕ ਕਮਾਂਡਿੰਗ ਆਫਿਸਰ ਜਿਹੜੇ ਇੰਡਕਸ਼ਨ ਦੇ ਪਹਿਲੇ ਸਕਾਡ ਨੂੰ ਕਮਾਂਡ ਮਿਲਣਾ ਤਾਂ ਬੜੀ ਚੀਜ਼ ਹੈਗੀ ਹੈ। ਸੀ ਦੇਖੋ, ਜਿਹੜੇ ਫਾਈਟਰ ਪਾਇਲਟ ਦੀ ਕੀ ਤੁਸੀਂ ਸ਼ੁਰੂ ਤੋਂ ਟ੍ਰੇਨਿੰਗ ਹੁੰਦੀ, ਪਹਿਲੀ ਜਿਹੜੀ ਕਮਾਂਡ ਹੈ ਸਕਾਡਰਨ ਕਮਾਂਡ ਕਰਨ ਦਾ ਮੌਕਾ ਮਿਲਦਾ ਹੈ। ਪਹਿਲੀ ਕਮਾਂਡ ਤੁਹਾਨੂੰ ਸਕਾਡ ਦੀ ਮਿਲਦੀ, ਵੇਅਰ ਤੁਹਾਡੇ ਕੋਲ 16 ਜਹਾਜ਼, 16+2 2 ਟ੍ਰੇਨਰ ਹੁੰਦਾ ਮਿਲਦਾ ਹੈ। ਸੋ ਹਰ ਇੱਕ ਨੂੰ ਇਹ ਕੈਰੀਅਰ ਦੇ 15-16 ਸਾਲ ਦੀ ਸਰਵਿਸ ਦੇ ਬਾਅਦ ਇਹ ਤੁਹਾਡੀ ਬਾਰੀ ਆਉਂਦੀ ਹੈ। ਸੋ ਇਟ ਵਾਜ਼, ਐਂਡ ਉਸ ਟਾਈਮ 'ਤੇ ਇੰਡਕਸ਼ਨ ਹੋ ਗਈ। ਹੀ ਇਜ਼ ਆਲਸੋ ਅਵੇਲੇਬਲ, ਯੈਸ ਹੀ ਇਜ਼ ਅ ਸਿਲੈਕਟਡ ਆਫ ਦੀ ਬੈਸਟ ਦੈਟ ਇਜ਼ ਅਵੇਲੇਬਲ। ਸੋ ਉਸ ਗੱਲੋਂ ਯੈਸ, ਪਰਸਨਲ ਪ੍ਰਾਈਡ ਇਟ ਇਜ਼ ਡੈਫੀਨਿਟਲੀ। ਜੇ ਜਲੰਧਰ ਦਾ ਹੈ ਤਾਂ ਸਾਨੂੰ ਜਲੰਧਰ ਵਾਲਿਆਂ ਨੂੰ ਵੀ ਬਹੁਤ ਖੁਸ਼ੀ ਹੋਣੀ ਚਾਹੀਦੀ ਕਿ ਸਾਡੇ ਬੰਦੇ ਨੇ
ਇਹ ਕਰ ਰਿਹਾ, ਉਹ ਖੁਸ਼ੀ ਡੈਫੀਨੇਟਲੀ ਹੈ, ਬਟ ਉਹਦੇ ਇੰਡੀਵਿਜੂਅਲੀ ਇਜ਼ ਅ ਬਿਗ ਫੈਦਰ ਜਿਹਨੂੰ ਕਹਿੰਦੇ ਆ ਕਿ ਔਨ ਹਿਸ ਕੈਪ ਟੂ ਗੈਟ ਅ ਚਾਂਸ ਟੂ ਕਮਾਂਡ। ਕਿਉਂਕਿ ਤੁਸੀਂ ਵੀ ਕਾਫੀ ਜੰਗਾਂ ਨੂੰ ਜਾਂ ਕਾਫੀ ਕਮਾਂਡਿੰਗ ਆਫੀਸਰ ਤੁਸੀਂ ਰਹੇ ਹੋ, ਕਿਉਂਕਿ ਉਹ ਚੀਜ਼ ਤੁਸੀਂ ਮਹਿਸੂਸ ਕਰ ਸਕਦੇ ਹੋ ਜੋ ਹਰਕਿਰਤ ਹੋਣਾ ਨੇ ਮਹਿਸੂਸ ਕੀਤੀ, ਕਿਉਂਕਿ ਤੁਸੀਂ ਵੀ ਲੀਡ ਤੇ ਰਹੇ ਹੋ। ਬਿਲਕੁਲ ਬਿਲਕੁਲ। ਮੈਨੂੰ ਕਮਾਂਡ ਮਿਲਿਆ ਸੀ MiG 23 ਸਕੁਆਡਰਨ ਦਾ, ਉਹ ਹਲਵਾਰੇ ਕਮਾਂਡ ਕੀਤਾ ਸੀਗਾ, ਉਹ 31 ਸਕੁਆਡਰਨ ਸੀ। ਵੀ ਆਰ ਨੋਨ ਐਜ਼ ਡੈਜ਼ਰਟ ਟਾਈਗਰਸ, ਸੋ ਇਟ ਵਾਜ਼ ਅ ਬਿਗ ਥਿੰਗ, ਅ ਬਿਗ ਚੈਪਟਰ ਤੁਹਾਡੀ ਲਾਈਫ ਦਾ। ਕਮਾਂਡ ਦਾ 2 ਸਾਲ ਹੁੰਦੀ ਹੈ, ਜਿਹਦਾ ਕਹਿੰਦੇ ਕਿ ਆਹੀ ਮੌਕਾ ਟੂ ਕਮਾਂਡ ਟੂ ਲੀਡ। ਜਿਹੜੇ ਫੌਜੀ ਹੈ, ਹੀ ਇਜ਼ being trained for war and all. If a war happens in your time, in your command, it is that much a big thing to yaad karan nu, achievement individual vaste. So tu harkeet di gal kar rahe hain, yes, is something to be very proud to get a command of the first Rafale squadron in India. ਤੁਹਾਨੂੰ ਕਾਫੀ ਸਮਾਂ ਹੋ ਗਿਆ ਹੁਣ, ਜਿਵੇਂ ਰਿਟਾਇਰਮੈਂਟ ਹੋਇਆ ਨੂੰ, ਸਾਬਕਾ 에ਅਰ ਮਾਰਸ਼ਲ ਤੁਸੀਂ ਹੋ ਗਏ ਹੋ। ਕੁਝ ਚੀਜ਼ਾਂ ਸਿਸਟਮ ਤੋਂ ਬਾਹਰ ਰਹਿ ਕੇ ਮਹਿਸੂਸ ਹੁੰਦੀਆਂ ਨੇ ਕਿ ਯਾਰ ਇਹ ਗੱਲ ਠੀਕ ਹੋ ਗਈ, ਇਹ ਚੀਜ਼ ਗਲਤ ਹੋ ਗਈ। ਇਸ ਵੇਲੇ ਤੁਸੀਂ ਕੀ ਚੀਜ਼ਾਂ ਮੰਨਦੇ ਹੋ ਕਿ ਕਮੀ 에ਅਰ ਫੋਰਸ ਦੇ ਵਿੱਚ, ਜਾਂ ਤੁਸੀਂ ਆਪਣੇ ਨਿੱਜੀ ਤਜਰਬੇ ਨਾਲ ਕੀ ਸੋਚਦੇ ਹੋ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਅਜੇ ਤੱਕ ਨਹੀਂ ਹੋਈਆਂ? ਸੀ ਇਹ ਵੀ ਬੜਾ ਕੁਐਸਚਨ ਹੈ। ਲਾਈਕ ਬੇਸਿਕਲੀ ਸਾਡੀ 45 ਸਕੁਆਡਰਨ ਦੀ 에ਅਰਫੋਰਸ ਹੈਗੀ ਹੈ, ਓਕੇ। ਇਸ ਨੰਬਰ ਨੂੰ ਪੂਰਾ ਕਰਨਾ ਸਾਡੀ 에ਅਰਫੋਰਸ ਦਾ ਜ਼ੋਰ ਲੱਗਿਆ ਰਹਿੰਦਾ ਕਿ ਗਵਰਨਮੈਂਟ ਨੂੰ ਪੁੱਟ ਅਕ੍ਰੋਸ ਕਰਨਾ ਕਿ ਸਾਡੇ ਜਿਹੜੀ ਬੇਸਿਕਲੀ ਗਵਰਨਮੈਂਟ ਨੇ ਲੇਡ ਡਾਊਨ ਜਿਹੜੀ ਸਟਰੈਂਥ ਦਿੱਤੀ ਉਹ ਤਾਂ ਪੂਰੀ ਹੋਵੇ। ਯੈਸ, ਬਟ ਦੀਜ਼ ਆਰ ਆਲ ਪੋਲੀਟੀਕਲ ਕੁਐਸਚਨਸ, ਦੇ ਆਰ ਫਾਈਨੈਂਸ਼ੀਅਲ ਕੁਐਸਚਨਸ, ਨੇਸ਼ਨ ਦੇ ਡਿਫੈਂਸ ਬਜਟ ਕੁਐਸਚਨ ਹੈ, ਬਹੁਤ ਨਜ਼ਰਾਨੇ ਤੋਂ ਬਾਹਰ ਹੈ। ਲਾਈਕ ਆਈ ਸੈਡ, a soldier is apolitical. We don't think about politics. But yes, ਜਿਹੜੇ ਸਾਡੇ ਵੀ ਸੀਨੀਅਰਸ ਜੋ ਵੀ ਬੈਠਾ ਹੁੰਦਾ ਐਕੁਜ਼ੀਸ਼ਨ ਪਲੈਨਿੰਗ ਵੱਲ, ਉਹਨਾਂ ਨੇ ਪ੍ਰੋਜੈਕਸ਼ਨ ਜੋ ਗਵਰਨਮੈਂਟ ਦੇ ਹੀ ਲੇ ਡਾਊਨ ਚਾਰਟਰਸ ਦਿੱਤੇ ਗਏ ਆ ਜਿੰਨਾ ਸਟਰੈਂਥ ਹੋਣੀ ਚਾਹੀਦੀ, ਉਹਦੇ ਲਈ ਇਹ ਔਨਗੋਇੰਗ ਹੁੰਦਾ। ਯੈਸ, ਨਵੀਂ ਤੋਂ ਨਵੀਂ ਚੀਜ਼ ਅਸੀਂ ਕਹਿੰਦੇ ਆਵੇ, ਦ ਡਿਫੈਂਸ ਬਜਟ ਉਨਾ ਵਧੇ ਔਰ ਪੂਰਾ ਚੰਗੀ ਤਰ੍ਹਾਂ ਇਸਤੇਮਾਲ ਹੋਵੇ ਤਾਂ ਸਾਡਾ ਮਾਡਰਨਾਈਜੇਸ਼ਨ ਨਾਲ ਤੋਂ ਨਾਲ ਚੱਲਦੀ ਰਹੇ। ਦੈਟ ਇਜ਼ ਵਾਟ ਅ ਪਾਇਲਟ ਔਰ ਦੀ 에ਅਰਫੋਰਸ ਵਾਂਟਸ। ਤਾਂ ਫਿਰ ਹੌਸਲਾ ਵੀ ਵਧਿਆ ਰਹਿੰਦਾ ਫਿਰ ਇਹਦਾ। ਬਿਲਕੁਲ। ਸੋ ਗੱਲਬਾਤ ਕਰਨ ਲਈ ਧੰਨਵਾਦ, ਤੁਸੀਂ ਸਮਾਂ ਦਿੱਤਾ। ਸੋ ਇਹੀ ਚੀਜ਼ ਸਮਝਣ ਦੇ ਲਈ ਅਸੀਂ ਸਰ ਦੇ ਕੋਲ ਆਏ ਸੀਗੇ ਕਿ ਰਫਾਲ ਦਾ ਅਸਲ ਮਤਲਬ ਕੀ ਹੈ ਤੇ ਰਫਾਲ ਦੇ ਭਾਰਤ ਆਉਣ ਦੇ ਨਾਲ ਗਵਾਂਢੀ ਮੁਲਕਾਂ ਦੇ ਉੱਪਰ ਅਸਰ ਕੀ ਪਵੇਗਾ। ਸੋ ਗੇਮ ਚੇਂਜਰ ਕਹਿ ਰਹੇ ਨੇ ਕਿ ਗੇਮ ਨੂੰ ਪਲਟ ਕੇ ਰੱਖ ਦਿੱਤਾ ਇਸ ਰਫਾਲ ਨੇ, ਤਾਂ ਹੁਣ ਗਵਾਂਢੀ ਮੁਲਕਾਂ ਦੇ ਉੱਪਰ ਜਿਨ੍ਹਾਂ ਦੇ ਨਾਲ ਸਾਡੀ ਨਹੀਂ ਬਣਦੀ ਉਹਨਾਂ ਦੇ ਉੱਪਰ ਅਸਰ ਜ਼ਰੂਰ ਦਿਖਾਈ ਦੇਵੇਗਾ ਅਤੇ ਇਸ ਦੇ ਆਉਣ ਨਾਲ ਭਾਰਤ ਦੀ ਤਾਕਤ ਦੇ ਵਿੱਚ ਦੁੱਗਣਾ ਵਾਧਾ ਹੋ ਗਿਆ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।